ਸਕੈਂਡਲ ਆਉਂਦਾ ਬੋਗਸ ਬਿਲਿੰਗ GST ਰਿਫੰਡ ਕਰੋੜਾਂ ਰੁਪਈਏ ਦੀ ਗੱਲ ਆਉਂਦੀ ਹੈ, ਕੋਈ ਛੋਟੀ ਮੋਟੀ ਗੱਲ ਹੀ ਨਹੀਂ ਆਉਂਦੀ। ਐਂ ਲੱਗਦਾ ਕਿ ਮਤਲਬ ਕੋਈ ਵੀ GST ਘੁਟਾਲਾ ਆਉਂਦਾ ਕੋਈ 100 ਕਰੋੜ ਦਾ ਹੋ ਗਿਆ, ਕੋਈ 200 ਕਰੋੜ ਦਾ ਹੋ ਗਿਆ, ਕੋਈ 20 ਕਰੋੜ ਦਾ ਹੋ ਗਿਆ, ਮਤਲਬ ਕੋਈ ਛੋਟੀ ਹਜ਼ਾਰਾਂ ਦੀ ਗੱਲਾਂ ਹੀ ਨਹੀਂ, ਲੱਖਾਂ ਦੀ ਲੱਗਦਾ ਲੱਖ ਤੇ ਹਜ਼ਾਰ ਤੱਕ ਖਤਮ ਹੀ ਹੋ ਗਏ। चिंता का विषय तुहाडा बिल्कुल जायज़ है कि जिहड़ी जाली बिलिंग बोगस बिलिंग FM साहब भी कल आए सीगे, उत्थे अपनियां वेरियस रिप्रजेंटेटिव सी जिहड़े उन्होंने भमरा साहब ला लो होरां ने कहा भी हरेक जिहड़ा नैक्सिस है वो 20 करोड़ 50 करोड़ 100 करोड़ ते जाके टिकदा है। पुराने जमाने सेल टैक्स नंबर या वैट नंबर इशू किया जाता सीगा, उस नंबर की किते ना किते कोई ऑफिसर जाके वैरीफिकेशन करता सी। हुण जिहड़ी वैरीफिकेशन नहीं हो पा रही, कोई भी बंदा अपने कागज़ अपलोड करता है, कई बार ऑफिसर साहबान या किसी भी बंदा जिहड़ा बंदा नंबर अप्लाई करता है उन्होंने उस चीज़ की वैरीफिकेशन का टाइम नहीं मिलता, तो कुछ एक नंबर यहो ਜਿਹੇ इशू हो जाते हैं जिहड़े इनजैनुअन पीपल होंदे हैं, ਉਹਦਾ चैक गौरमेंट भी नहीं कर पाती कई बार और व्यापारी भी नहीं कर पाते। ਜਿਹੜਾ कि ਵਪਾਰੀਆਂ ਨੂੰ ਕਈ ਵਾਰੀ ਕੋਈ ਗੱਲ ਹੈ ਸਮਝ ਨਹੀਂ ਲੱਗਦੀ, ਕਿਉਂਕਿ ਬਿਜ਼ਨਸਮੈਨ ਸਾਰਾ ਦਿਨ ਬਿਜ਼ਨਸ ਕਰਦਾ ਕੰਮ ਕਰਦਾ, ਉਹਨੂੰ ਨਹੀਂ ਚੀਜ਼ਾਂ ਦਾ ਧਿਆਨ ਰਹਿੰਦਾ। ਸੋ ਮੇਰੀ ਤੁਹਾਡੇ ਰਾਹੀਂ, ਕਿਉਂਕਿ ਤੁਸੀਂ ਐਡੇ ਵੱਡੇ ਨਿਊਜ਼ ਚੈਨਲ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਹਾਡੀਆਂ ਮੈਂ ਵੇਰੀਅਸ ਇੰਟਰਵਿਊ ਦੇਖੀਆਂ, ਮੇਰੀ ਤੁਹਾਨੂੰ ਰਿਕੁਐਸਟ ਹੈ ਵੀ ਤੁਸੀਂ ਇਹ ਗੱਲ ਵਪਾਰੀਆਂ ਤੱਕ ਔਰ ਜਿੰਨੇ ਵੀ ਬੰਦੇ ਸਾਡੇ ਆਫਿਸਰ ਸਾਹਿਬਾਨ ਹੈ ਸਭ ਨੂੰ, ਔਰ ਗੌਰਮੈਂਟ ਆਫ ਇੰਡੀਆ ਗੌਰਮੈਂਟ ਆਫ ਪੰਜਾਬ ਤੱਕ GST ਕੌਂਸਲ ਤੱਕ ਜਾਵੇ ਕਿ ਆਪਾਂ ਨੂੰ ਨੰਬਰ ਇਸ਼ੂ ਕਰਨ ਤੋਂ ਪਹਿਲਾਂ कोई ना कोई चैक रखना चाहिए ताकि नंबर ही एक जैनवन बंदे ने इशू होवे, इंज उन्हें नंबर लै ही ना पावे। मीटिंग ਦੇ ਵਿੱਚ ਹੀ ਫਾਈਨਾਂਸ ਮਿਨਿਸਟਰ ਸਾਹਿਬ ਦੇ ਅੱਗੇ ਵੀ ਇਹ ਦੱਸਿਆ ਗਿਆ ਸੀ, ਵਪਾਰੀਆਂ ਨੇ ਸਵਾਲ ਚੱਕੇ ਸੀ ਕਿ ਜਦੋਂ ਕਿਸੇ ਤੋਂ ਮਾਲ ਖਰੀਦਦੇ ਆ ਉਦੋਂ ਬੰਦਾ ਜੈਨੂਅਨ ਹੁੰਦਾ, ਉਹ ਕ੍ਰੋਸ ਚੈੱਕ ਵੀ ਕਰਦੇ, ਅਸੀਂ ਰਿਟਰਨ ਭਰੀ ਦੇਖ ਲਈ, ਅਸੀਂ ਉਹਦਾ ਦੇਖ ਲਿਆ ਕਿ ਉਹਨੇ ਜਿਹੜਾ ਟੈਕਸ ਵੀ ਭਰਿਆ ਹੋਇਆ, ਪਰ ਫਿਰ 5-6 ਮਹੀਨੇ ਬਾਅਦ ਉਹੀ ਕੰਪਨੀ ਡਿਫਾਲਟ ਕਰ ਜਾਂਦੀ ਹੈ ਔਰ ਜਿਹੜੀ ਗਾਜ ਹੈਗੀ ਹੈ ਉਹ ਇੱਕ ਕਾਮਨ ਉਸ ਵਪਾਰੀ 'ਤੇ ਗਿਰ ਜਾਂਦੀ ਹੈ ਜਿਹੜਾ ਐਂਡ ਯੂਜ਼ਰ ਹੁੰਦਾ। ਇਹ ਵਪਾਰੀ ਕੰਪਿਊਟਰ ਚੈੱਕ ਕਰ ਲੈਂਦਾ ਵੀ ਰਾਮ ਲੈਲੈਂਡ ਕੰਪਨੀ ਉਹਦਾ ਪ੍ਰੋਪਰਾਈਟਰ ਹੈ, ਵੀ ਪੋਰਟਲ 'ਤੇ ਬੋਲਦਾ। ਲੇਕਿਨ ਮੇਰੀ ਵਪਾਰੀਆਂ ਨੂੰ ਵੀ ਰਿਕੁਐਸਟ ਹੈ, ਜਦੋਂ GST ਲੱਗਿਆ ਸੀ ਅਸੀਂ ਉਦੋਂ ਵੀ ਕਹਿੰਦੇ ਸੀ, ਹੁਣ ਵੀ ਅਸੀਂ ਕਹਿੰਦੇ ਹਾਂ, ਜਦ ਤੱਕ ਤੁਸੀਂ ਐਕਚੁਅਲ ਪੇਮੈਂਟ ਆਫ ਟੈਕਸ ਉਸ ਬਿੱਲ ਦੀ ਨਹੀਂ ਹੋ ਜਾਂਦੀ, ਤੁਸੀਂ ਉਦੋਂ ਤੱਕ ਇਹ ਨਾ ਸਮਝੋ ਵੀ ਤੁਹਾਡਾ ਉਹ ਜਿਹੜਾ ITC ਕਲੇਮ ਹੈ ਉਹ ਜੈਨੂਅਨ ਹੈ। ਐਕਚੁਅਲ ਪੇਮੈਂਟ ਆਫ ਟੈਕਸ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ GST 'ਚ ਇੱਕ ਵਰਡ ਹੈ ਐਕਚੁਅਲ ਪੇਮੈਂਟ ਆਫ ਟੈਕਸ। ਵਪਾਰੀ ਨੂੰ ਇਹ ਚਾਹੀਦਾ ਵੀ ਜਿਸ ਬੰਦੇ ਨੇ ਰਿਟਰਨ ਭਰੀ ਹੈ ਉਹਦੇ ਤੋਂ ਇਹ ਵੀ ਚੈੱਕ ਹੋ ਜਾਂਦਾ ਵੀ ਉਸ ਬੰਦੇ ਨੇ ਉਹ ਟੈਕਸ ਭਰਤਾ ਕਿ ਨਹੀਂ। ਜਾਲੀ ਬਿਲਿੰਗ ਦਾ ਟਰੈਪ ਕਰ ਲਿਆ, ਨੈਕਸਸ ਫੜ ਲਿਆ, ਪਰ ਅੱਜ ਤੱਕ ਕਿਸੇ 'ਚ ਟੈਕਸ ਦੀ ਰਿਕਵਰੀ ਨਹੀਂ ਹੋ ਪਾਈ। ਅੱਜ ਮਤਲਬ ਖਾਲੀ ਗੱਲਾਂ ਬਾਤਾਂ ਹੀ ਹੈ, ਆਪਣੀ ਪਿੱਠ ਤਾਂ ਥਪਥਪਾ ਲੈਂਦੇ ਹੈ ਕਿ ਲੈ ਜੀ ਅਸੀਂ ਇਹ ਕਰਤਾ ਉਹ ਕਰਤਾ, ਉਹ ਅਖਬਾਰਾਂ 'ਚ ਵੀ ਆ ਗਿਆ, ਮੀਡੀਆ 'ਚ ਵੀ ਰਿਲੀਜ਼ ਕਰਤਾ, ਪਰ ਟੈਕਸ ਰਿਕਵਰੀ ਅੱਜ ਵੀ ਉਹ ਠੰਠਨ ਗੋਪਾਲ ਹੀ ਹੈ। जनहितैषी TRP नहीं खरीदते, भरोसा जीतते हैं हम। सत श्री अकाल, मैं संदीप शर्मा एक बार फिर तुहाडे नाल रूबरू हो रहे हैं। तो अज असी अज दा जिहड़ा साडा मुद्दा है वो है जाली बिलिंग। जी हाँ, पंजाब दे विच अजकल जाली बिलिंग दा खास करके GST दे विच जाली बिलिंग दा मुद्दा बड़ा गरमाया होया है। गलबात करिए तो वीरवार नूं लुधियाना दे विच पंजाब दे वित्त मंत्री जिहड़े मनप्रीत सिंह बादल दे अगे भी इंडस्ट्री वालों ये जिहड़ा मुद्दा चक्या गया और उन्होंने एक कंसर्न दिखाया कि एक जिहड़ा इनोसेंट व्यापारी है वो इस पूरे जाली बिलिंग जिहड़े नैक्सस का शिकार हुंदा जा रहा है। उन्होंने बड़े तर्क वितर्क भी दिते। सो इस सारे मामले च क्यों ये जाली बिलिंग का स्कैंडल इन्ना वधदा जा रहा है, नैक्सस इन्ना क्यों वध रहा है, इस सारे मुद्दों ते असीं अज खास तौर पर गलबात करन पहुँचे हैं बॉबी शर्मा जी नाल, टैक्स विशेषज्ञ हैगे है और बहुत सारी जिहड़ी एसोसीएशनस है, बार एसोसीएशनस है, उन्होंने नैशनल तो स्टेट लैवल पर लीड भी करते हैं, उन्होंने नेतृत्व भी करते हैं। सो गलबात करते हैं, पूछते हैं बॉबी शर्मा जी को। नमस्कार सर। नमस्कार जी। बॉबी जी, एक की गलबात है कि अजकल देखा जाता GST के सडनली स्कैंडल बहुत वधदे जा रहे हैं और जिहड़ा भी स्कैंडल आता है बोगस बिलिंग GST रिफंड
ਕਰੋੜਾਂ ਰੁਪਈਏ ਦੀ ਗੱਲ ਆਉਂਦੀ ਹੈ, ਕੋਈ ਛੋਟੀ ਮੋਟੀ ਗੱਲ ਹੀ ਨਹੀਂ ਆਉਂਦੀ। ਐਂ ਲੱਗਦਾ ਕਿ ਮਤਲਬ ਕੋਈ ਵੀ GST ਘੁਟਾਲਾ ਆਉਂਦਾ ਹੈ, ਕੋਈ 100 ਕਰੋੜ ਦਾ ਹੋ ਗਿਆ, ਕੋਈ 200 ਕਰੋੜ ਦਾ ਹੋ ਗਿਆ, ਕੋਈ 20 ਕਰੋੜ ਦਾ ਹੋ ਗਿਆ, ਮਤਲਬ ਕੋਈ ਛੋਟੀ ਹਜ਼ਾਰਾਂ ਦੀ ਗੱਲਾਂ ਹੀ ਨਹੀਂ, ਲੱਖਾਂ ਦੀ ਲੱਗਦਾ, ਲੱਖ ਤੇ ਹਜ਼ਾਰ ਤੱਕ ਖਤਮ ਹੀ ਹੋ ਗਏ। ਥੈਂਕ ਯੂ ਸੰਦੀਪ ਜੀ। ਇੱਕ ਤਾਂ ਤੁਸੀਂ ਆਪਾਂ ਬੈਠੇ ਹਾਂ ਓਵਰ ਅ ਡਿਸਕਸ਼ਨ ਆਫ ਉਹ ਇਸ਼ੂ ਜਿਹੜਾ ਗੌਰਮੈਂਟ ਆਫ ਇੰਡੀਆ ਔਰ ਗੌਰਮੈਂਟ ਆਫ ਪੰਜਾਬ ਲਈ ਅੱਜ ਕੱਲ੍ਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਚਿੰਤਾ ਦਾ ਵਿਸ਼ਾ ਤੁਹਾਡਾ ਬਿਲਕੁਲ ਜਾਇਜ਼ ਹੈ ਕਿ ਜਿਹੜੀ ਜਾਲੀ ਬਿਲਿੰਗ, ਬੋਗਸ ਬਿਲਿੰਗ, FM ਸਾਹਿਬ ਵੀ ਕੱਲ੍ਹ ਆਏ ਸੀਗੇ, ਉੱਥੇ ਆਪਣੀਆਂ ਵੇਰੀਅਸ ਰਿਪਰੈਜ਼ੈਂਟੇਟਿਵ ਸੀ ਜਿਹੜੇ ਉਹਨਾਂ ਨੇ, ਭੰਮਰਾ ਸਾਹਿਬ ਲਾ ਲਓ, ਹੋਰਾਂ ਨੇ ਕਿਹਾ ਵੀ ਹਰੇਕ ਜਿਹੜਾ ਨੈਕਸਸ ਹੈ ਉਹ 20 ਕਰੋੜ 50 ਕਰੋੜ 100 ਕਰੋੜ ਤੇ ਜਾ ਕੇ ਟਿਕਦਾ। ਮੇਰਾ ਇਹ ਮੰਨਣਾ ਹੈ ਸੰਦੀਪ ਜੀ, ਮੇਰੀ ਇਹ ਇੱਕ ਰਾਏ ਹੈ ਗੌਰਮੈਂਟ ਆਫ ਇੰਡੀਆ ਨੂੰ ਵੀ ਔਰ ਗੌਰਮੈਂਟ ਆਫ ਪੰਜਾਬ ਨੂੰ ਵੀ, GST ਕੌਂਸਲ ਨੂੰ ਵੀ, ਕਿ ਆਪਾਂ ਨੂੰ, ਕਿਉਂਕਿ ਐਕਟ ਦੇ ਵਿੱਚ ਅਮੈਂਡਮੈਂਟਾਂ ਤਾਂ ਆਪਾਂ ਬਹੁਤ ਕਰ ਚੁੱਕੇ ਹਾਂ, ਕਿਉਂਕਿ ਜਿੰਨੀਆਂ ਅਮੈਂਡਮੈਂਟਾਂ GST ਲੱਗਣ ਤੋਂ ਬਾਅਦ ਹੁਣ ਹੋ ਚੁੱਕੀਆਂ ਉਹ ਤੁਸੀਂ ਸੋਚਿਆ ਵੀ ਨਹੀਂ ਹੋਣੀਆਂ। ਕਿਤੇ ਨਾ ਕਿਤੇ ਸਾਰੇ ਹੀ ਬੰਦੇ ਇਸ ਗੱਲ ਦੇ ਜ਼ਿੰਮੇਵਾਰ ਹੈ। ਕੀ ਹੁੰਦਾ ਸੀ ਜਦੋਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਸੇਲ ਟੈਕਸ ਨੰਬਰ ਜਾਂ ਵੈਟ ਨੰਬਰ ਇਸ਼ੂ ਕੀਤਾ ਜਾਂਦਾ ਸੀਗਾ, ਉਸ ਨੰਬਰ ਦੀ ਕਿਤੇ ਨਾ ਕਿਤੇ ਕੋਈ ਆਫਿਸਰ ਜਾ ਕੇ ਵੈਰੀਫਿਕੇਸ਼ਨ ਕਰਦਾ ਸੀ। ਹੁਣ ਜਿਹੜੀ ਵੈਰੀਫਿਕੇਸ਼ਨ ਨਹੀਂ ਹੋ ਪਾ ਰਹੀ, ਕਿਉਂਕਿ ਪੋਰਟਲ ਦੇ ਉੱਪਰ ਹਫਤੇ ਦੇ ਵਿੱਚ ਜਾਂ 15 ਡੇਜ਼ ਦੇ ਵਿੱਚ ਆਟੋਮੈਟਿਕਲੀ ਸੂਓ ਮੋਟੋ ਨੰਬਰ ਇਸ਼ੂ ਹੋ ਜਾਂਦਾ। ਉਹ ਕੀ ਹੁੰਦਾ ਹੈ ਵੀ ਜਦੋਂ ਕੋਈ ਵੀ ਬੰਦਾ ਆਪਣੇ ਕਾਗਜ਼ ਅਪਲੋਡ ਕਰਦਾ ਹੈ, ਕਈ ਵਾਰੀ ਆਫਿਸਰ ਸਾਹਿਬਾਨ ਜਾਂ ਕਿਸੇ ਵੀ ਬੰਦਾ, ਜਿਹੜਾ ਬੰਦਾ ਇਹ ਨੰਬਰ ਅਪਲਾਈ ਕਰਦਾ ਹੈ, ਉਹਨੂੰ ਉਸ ਚੀਜ਼ ਦੀ ਵੈਰੀਫਿਕੇਸ਼ਨ ਦਾ ਟਾਈਮ ਨਹੀਂ ਮਿਲਦਾ, ਅਤੇ ਕੁਛ ਇੱਕ ਨੰਬਰ ਇਹੋ ਜਿਹੇ ਇਸ਼ੂ ਹੋ ਜਾਂਦੇ ਹੈ ਜਿਹੜੇ ਇਨਜੈਨੂਅਨ ਪੀਪਲ ਹੁੰਦੇ ਆ। ਉਹਦਾ ਚੈੱਕ ਗੌਰਮੈਂਟ ਵੀ ਨਹੀਂ ਕਰ ਪਾਉਂਦੀ ਕਈ ਵਾਰੀ, ਔਰ ਵਪਾਰੀ ਵੀ ਨਹੀਂ ਕਰ ਪਾਉਂਦਾ। ਵਪਾਰੀ ਵਿਚਾਰਾ ਇਸ ਪ੍ਰੋਬਲਮ 'ਚ ਫਸ ਜਾਂਦਾ ਹੈ ਵੀ ਉਹ ਇਹ ਦੇਖਦਾ ਵੀ ਉਸ ਬੰਦੇ ਨੇ ਉਹ ਰਿਟਰਨਾਂ ਭਰਤੀਆਂ, ਉਹਦੀ ਉਹ ਪੋਰਟਲ 'ਤੇ ਰਿਟਰਨਾਂ ਬੋਲਦੀਆਂ, ਔਰ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਡਰਾਬੈਕ ਹੈ। ਜਦੋਂ ਸਾਡਾ ਵੈਟ ਸੀ ਉਹਦੇ 'ਚੋਂ ਲਕੂਨਾ ਸੀ ਵੀ ਐਕਚੁਅਲ ਪੇਮੈਂਟ ਆਫ ਟੈਕਸ ਹੋਈ ਹੈ ਕਿ ਨਹੀਂ ਹੋਈ, ਇਹ ਕੋਈ ਮਾਇਨੇ ਨਹੀਂ ਰੱਖਦੀ ਸੀ। ਲੇਕਿਨ ਜਦੋਂ GST ਗੌਰਮੈਂਟ ਆਫ ਇੰਡੀਆ ਨੇ ਇੰਟਰੋਡਿਊਸ ਕੀਤਾ, ਉਹਦੇ 'ਚ ਉਹਨਾਂ ਨੇ ਕਲੀਅਰ ਕੱਟ ਲਿਖਤਾ ਹੈ ਕਿ ਹਰੇਕ ਉਹ ਬੰਦਾ ਜਿਸ ਬੰਦੇ ਨੇ ਐਕਚੁਅਲ ਪੇਮੈਂਟ ਆਫ ਟੈਕਸ ਦਿੱਤੀ ਹੋਊਗੀ, ਉਸੇ ਬੰਦੇ ਨੂੰ ਉਸ ਚੀਜ਼ ਦਾ ITC ਇਨਪੁਟ ਟੈਕਸ ਕ੍ਰੈਡਿਟ ਦਿੱਤਾ ਜਾਊਗਾ, ਜਿਹੜਾ ਕਿ ਵਪਾਰੀਆਂ ਨੂੰ ਕਈ ਵਾਰੀ ਕੋਈ ਗੱਲ ਹੈ ਸਮਝ ਨਹੀਂ ਲੱਗਦੀ, ਕਿਉਂਕਿ ਬਿਜ਼ਨਸਮੈਨ ਸਾਰਾ ਦਿਨ ਬਿਜ਼ਨਸ ਕਰਦਾ, ਕੰਮ ਕਰਦਾ, ਉਹਨੂੰ ਨਹੀਂ ਚੀਜ਼ਾਂ ਦਾ ਧਿਆਨ ਰਹਿੰਦਾ। ਸੋ ਮੇਰੀ ਤੁਹਾਡੇ ਰਾਹੀਂ, ਕਿਉਂਕਿ ਤੁਸੀਂ ਐਡੇ ਵੱਡੇ ਨਿਊਜ਼ ਚੈਨਲ ਨੂੰ ਰਿਪਰੈਜ਼ੈਂਟ ਕਰਦੇ ਹੋ, ਤੁਹਾਡੀਆਂ ਮੈਂ ਵੇਰੀਅਸ ਇੰਟਰਵਿਊ ਦੇਖੀਆਂ, ਮੇਰੀ ਤੁਹਾਨੂੰ ਰਿਕੁਐਸਟ ਹੈ ਵੀ ਤੁਸੀਂ ਇਹ ਗੱਲ ਵਪਾਰੀਆਂ ਤੱਕ ਔਰ ਜਿੰਨੇ ਵੀ ਬੰਦੇ ਸਾਡੇ ਆਫਿਸਰ ਸਾਹਿਬਾਨ ਹੈ ਸਭ ਨੂੰ, ਔਰ ਗੌਰਮੈਂਟ ਆਫ ਇੰਡੀਆ, ਗੌਰਮੈਂਟ ਆਫ ਪੰਜਾਬ ਤੱਕ, GST ਕੌਂਸਲ ਤੱਕ ਜਾਵੇ ਕਿ ਆਪਾਂ ਨੂੰ ਨੰਬਰ ਇਸ਼ੂ ਕਰਨ ਤੋਂ ਪਹਿਲਾਂ ਕੋਈ ਨਾ ਕੋਈ ਚੈੱਕ ਰੱਖਣਾ ਚਾਹੀਦਾ, ਤਾਂ ਕਿ ਨੰਬਰ ਹੀ ਇੱਕ ਜੈਨੂਇਨ ਬੰਦੇ ਨੂੰ ਇਸ਼ੂ ਹੋਵੇ, ਇੰਜ ਉਹਨਾਂ ਨੰਬਰ ਲੈ ਹੀ ਨਾ ਪਾਵੇ। ਉਹਦੇ ਨਾਲ 70-80% 90% ਬੋਗਸ ਬਿਲਿੰਗ 'ਤੇ ਨਕੇਲ ਪਾਊਗੀ। ਸਰ, ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕੱਲ੍ਹ ਮੀਟਿੰਗ ਦੇ ਵਿੱਚ ਹੀ ਫਾਈਨਾਂਸ ਮਿਨਿਸਟਰ ਸਾਹਿਬ ਦੇ ਅੱਗੇ ਵੀ ਇਹ ਦੱਸਿਆ ਗਿਆ ਸੀ, ਵਪਾਰੀਆਂ ਨੇ ਸਵਾਲ ਚੱਕੇ ਸੀ ਕਿ ਜਦੋਂ ਕਿਸੇ ਤੋਂ ਮਾਲ ਖਰੀਦਦੇ ਆ ਉਦੋਂ ਉਹ ਬੰਦਾ ਜੈਨੂਅਨ ਹੁੰਦਾ, ਉਹ ਕ੍ਰੋਸ ਚੈੱਕ ਵੀ ਕਰਦੇ, ਅਸੀਂ ਰਿਟਰਨ ਭਰੀ ਦੇਖ ਲਈ, ਅਸੀਂ ਉਹਦਾ ਦੇਖ ਲਿਆ ਕਿ ਉਹਨੇ ਜਿਹੜਾ ਟੈਕਸ ਵੀ ਭਰਿਆ ਹੋਇਆ ਹੈ, ਪਰ ਫਿਰ 5-6 ਮਹੀਨੇ ਬਾਅਦ ਉਹੀ ਕੰਪਨੀ ਡਿਫਾਲਟ ਕਰ ਜਾਂਦੀ ਹੈ, ਔਰ ਜਿਹੜੀ ਗਾਜ ਹੈਗੀ ਹੈ ਉਹ ਇੱਕ ਕਾਮਨ ਉਸ ਵਪਾਰੀ 'ਤੇ ਗਿਰ ਜਾਂਦੀ ਹੈ ਜਿਹੜਾ ਐਂਡ ਯੂਜ਼ਰ ਹੁੰਦਾ। ਇਹ ਕਿੱਦਾਂ ਪੋਸੀਬਲ ਹੈ? ਇਹ ਬਿਲਕੁਲ ਪੋਸੀਬਲ ਹੈ। ਉਸੇ ਕੜੀ ਨੂੰ ਮੈਂ ਜੋੜਦਾ, ਦੁਬਾਰਾ ਉਸੇ ਕੜੀ ਨੂੰ ਇਹ ਜੋੜਦਾ ਵੀ ਜਦੋਂ ਇੱਕ ਬੰਦਾ ਇਨਜੈਨੂਅਨ ਨੰਬਰ ਲੈ ਲੈਂਦਾ, ਕੋਈ ਵੀ ਬੰਦਾ, ਉਸ ਬੰਦੇ ਦੀ ਅਥੈਂਟਿਕੇਟੀ ਨਹੀਂ ਹੁੰਦੀ, ਉਹ ਨੰਬਰ 3-4-6 ਮਹੀਨੇ ਵੈਲਿਡ ਰਹਿ ਜਾਂਦਾ। ਵਪਾਰੀ ਵਿਚਾਰਾ ਪੋਰਟਲ 'ਤੇ ਦੇਖਦਾ ਹੈ ਕਿ ਇਹ ਨੰਬਰ ਬੋਲ ਰਿਹਾ, ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਇਹ ਬੰਦਾ ਐਗਜ਼ਿਸਟ ਕਰਦਾ ਨਹੀਂ ਕਰਦਾ। ਇਹ ਗੱਲਾਂ ਇੰਨੀਆਂ ਵਪਾਰੀ ਦੇ ਉਹ 'ਚ ਨਹੀਂ ਹੁੰਦੀਆਂ। ਵਪਾਰੀ ਕੰਪਿਊਟਰ ਚੈੱਕ ਕਰ ਲੈਂਦਾ ਵੀ ਰਾਮ ਲੈਲੈਂਡ ਕੰਪਨੀ ਉਹਦਾ ਪ੍ਰੋਪਰਾਈਟਰ ਹੈ, ਵੀ ਪੋਰਟਲ 'ਤੇ ਬੋਲਦਾ। ਲੇਕਿਨ ਮੇਰੀ ਵਪਾਰੀਆਂ ਨੂੰ ਵੀ ਰਿਕੁਐਸਟ ਹੈ, ਜਦੋਂ GST ਲੱਗਿਆ ਸੀ ਅਸੀਂ ਉਦੋਂ ਵੀ ਕਹਿੰਦੇ ਸੀ, ਹੁਣ ਵੀ ਅਸੀਂ ਕਹਿੰਦੇ ਹਾਂ, ਜਦ ਤੱਕ ਤੁਸੀਂ ਐਕਚੁਅਲ ਪੇਮੈਂਟ ਆਫ ਟੈਕਸ ਉਸ ਬਿੱਲ ਦੀ ਨਹੀਂ ਹੋ ਜਾਂਦੀ, ਤੁਸੀਂ ਉਦੋਂ ਤੱਕ ਇਹ ਨਾ ਸਮਝੋ ਵੀ ਤੁਹਾਡਾ ਉਹ ਜਿਹੜਾ ITC ਕਲੇਮ ਹੈ ਉਹ ਜੈਨੂਅਨ ਹੈ। ਮੇਰੀ ਇਹ ਮਤਲਬ ਦੇਖੋ, ਦੋਨੋਂ ਤਰ੍ਹਾਂ ਦੇ ਬਿਜ਼ਨਸਮੈਨ ਹੁੰਦੇ। ਜੇ ਤੁਸੀਂ ਕਿਸੇ ਬੰਦੇ ਨੇ 1 ਲੱਖ ਰੁਪਏ ਤੁਹਾਨੂੰ ਬਿੱਲ ਕੱਟਿਆ, ਸਪੋਜ਼ ਉਹਦੇ 'ਤੇ 5000 ਰੁਪਏ ਟੈਕਸ ਹੈ, ਮੇਰੀ ਸਾਰੇ ਵਪਾਰੀਆਂ ਨੂੰ ਰਿਕੁਐਸਟ ਹੈ ਜਿਹੜਾ ਉਹ 5000 ਵੈਟ ਹੈ ਉਹ GST ਹੈ, ਉਹ ਤੁਸੀਂ ਉਦੋਂ ਤੱਕ ਹੋਲਡ ਕਰ ਲਓ ਜਦ ਤੱਕ ਅਗਲਾ ਬੰਦਾ ਇਹ ਨਹੀਂ ਦੇਖ ਲੈਂਦਾ ਵੀ ਉਸ ਟੈਕਸ ਦੀ ਪੇਮੈਂਟ ਹੋ ਗਈ ਹੈ ਕਿ ਨਹੀਂ ਹੋ ਗਈ। ਉਹਨੂੰ 1 ਲੱਖ ਦੀ ਪੇਮੈਂਟ ਕਰਨੀ ਤੁਸੀਂ ਕਰ ਦਿਓ। ਇਟ ਡਿਪੈਂਡਸ ਵੀ ਬਿਜ਼ਨਸ ਦਾ ਕੀ ਅਸੂਲ ਹੈ, ਮੈਨੂੰ ਇੰਨਾ ਨਹੀਂ ਪਤਾ। ਉਹਦੇ ਨਾਲ ਕਿੰਨਾ ਪੁਰਾਣਾ ਰਿਲੇਸ਼ਨ ਹੈ, ਹਾਂ, ਕਿੰਨਾ ਇਹਨਾਂ ਪੁਰਾਣਾ ਹੈ, ਫਰਮ ਕਿੰਨੀ ਪੁਰਾਣੀ ਹੈ, ਚੀਜ਼ਾਂ ਬਹੁਤ ਮਾਇਨੇ ਰੱਖਦੀ ਹੈ। ਉਹਦੇ ਨਾਲ ਕਮ ਸੇ ਕਮ ਇਹ ਵੀ ਤੁਹਾਨੂੰ ਟੈਕਸ ਦਾ, ਜੁਰਮਾਨੇ ਦਾ, ਪੈਨਲਟੀ ਤੋਂ ਤੁਸੀਂ ਬਚ ਜਾਓ। ਦਿਸ ਇਜ਼ ਮਾਈ ਰਿਕੁਐਸਟ। ਇਹ ਗੱਲ ਤੁਹਾਡਾ ਬਹੁਤ ਅੱਛਾ ਆਨਸਰ ਹੈਗਾ, ਪਰ ਇਹਦੇ ਵਿੱਚ ਉਹਨਾਂ ਦਾ ਕੱਲ੍ਹ ਕੁਐਸਚਨ ਕੁਛ ਇਹੋ ਜਿਹੇ ਸੀਗੇ, ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਇਹ ਵੀ ਦੇਖਿਆ ਉਹਨਾਂ ਦੀ 2-2 3-3 ਰਿਟਰਨਾਂ ਵੀ ਆਈਆਂ ਹੋਈਆਂ, ਭਰੀਆਂ ਹੋਈਆਂ, ਔਰ
ਮਤਲਬ ਸਾਲ 2-2 ਸਾਲ ਡੀਲਿੰਗ ਕਰਨ ਤੋਂ ਬਾਅਦ ਬੰਦੇ ਡਿਫਾਲਟ ਕਰ ਜਾਂਦੇ ਆ। ਇਹ ਕੇਸ ਕੀ ਹੈ? ਮੈਂ ਬਿਲਕੁਲ ਸੰਦੀਪ ਜੀ ਇਸ ਤਰ੍ਹਾਂ ਹੈ ਵੀ ਇਹ ਗੱਲ ਵੀ ਇਹੀ ਹੈ ਨਾ, ਇੱਦਾਂ ਨਾ ਸਮ ਟਾਈਮ ਮੰਨ ਲਓ 1000 ਨੰਬਰ ਗਲਤ ਇਸ਼ੂ ਹੋ ਗਿਆ ਜਾਂ 500 ਹੋ ਗਿਆ, ਗਵਰਨਮੈਂਟ ਉਹਨੂੰ ਬੰਦ ਕਰਦੇ ਕਰਦੇ ਮੰਨ ਲਓ 470 ਨੰਬਰ ਕੈਂਸਲ ਹੋ ਗਏ, 30 ਨੰਬਰ ਇਹ ਰਹਿ ਗਏ ਜਿਹੜੇ ਸਾਲ 2 ਸਾਲ ਬਾਅਦ ਕੈਂਸਲ ਹੋ ਜਾਂਦੇ। ਕਈ ਵਾਰੀ ਵਪਾਰੀ ਉਸ ਚਾਂਸੇ 'ਚ ਆ ਜਾਂਦਾ ਵਿਚਾਰਾ, ਵਪਾਰੀ ਦੀ ਕੋਈ ਕੋਈ ਉਹ ਨਹੀਂ ਹੈ, ਫਿਰ ਉਹਨਾਂ ਦੀ ਰਿਟਰਨਾਂ ਕਿੱਦਾਂ ਭਰੀ ਸਰ ਐਕਚੁਅਲ ਪੇਮੈਂਟ ਆਫ ਟੈਕਸ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ GST 'ਚ ਇੱਕ ਵਰਡ ਹੈ ਐਕਚੁਅਲ ਪੇਮੈਂਟ ਆਫ ਟੈਕਸ। ਵਪਾਰੀ ਨੂੰ ਇਹ ਚਾਹੀਦਾ ਵੀ ਜਿਸ ਬੰਦੇ ਨੇ ਰਿਟਰਨ ਭਰੀ ਹੈ ਉਹਦੇ ਤੋਂ ਇਹ ਵੀ ਚੈੱਕ ਹੋ ਜਾਂਦਾ ਵੀ ਉਸ ਬੰਦੇ ਨੇ ਉਹ ਟੈਕਸ ਭਰਤਾ ਕਿ ਨਹੀਂ ਭਰਤਾ। ਕਿੰਨੀ ਦੇਰ ਬਾਅਦ ਚੈੱਕ ਹੋ ਜਾਂਦਾ? ਇਮੀਡੀਏਟਲੀ? ਦੇਖੋ ਜਿਹੜੇ ਕੋਈ ਚੰਗੇ ਵਪਾਰੀ ਆ ਉਹ ਤਾਂ ਕੁਆਟਰਲੀ ਰਿਟਰਨ ਟੈਕਸ ਭਰਦੇ ਆ, 6 ਮਹੀਨੇ ਬਾਅਦ ਵੀ ਭਰते ਆ, ਮਤਲਬ ਸਿਸਟਮ ਹੈਗਾ, ਯੂ ਕੈਨ ਵੈਰੀਫਾਈ ਇਟ। ਇਹ ਥੋੜਾ ਵਪਾਰੀਆਂ ਨੂੰ ਸਚੇਤ ਹੋਣਾ ਪਊਗਾ। ਪਿੱਛੇ ਅਸੀਂ ਇਹ ਵੀ ਦੇਖਿਆ ਸੀ GST 'ਚ ਇੱਦਾਂ ਦੇ ਵੀ ਨੋਰਮਸ ਆਏ ਸੀ ਕਿ ਕੋਈ ਚੀਜ਼ਾਂ ਕਈ ਰਿਟਰਨਾਂ ਮਹੀਨੇ ਬਾਅਦ ਹੀ ਭਰਨ ਦੀ ਕਹਿ ਦਿੱਤੀ ਗਈ ਸੀ ਟੈਕਸ, ਤੇ ਉਹ ਕੀ ਮਾਮਲਾ ਸੀ? ਨਹੀਂ ਹੈ, ਮਹੀਨੇ ਮੰਥਲੀ ਵੀ ਰਿਟਰਨਸ ਹੈ, ਕੁਆਟਰਲੀ ਵੀ ਹੈ। ਇਹ ਡਿਪੈਂਡ ਕਰਦਾ ਜਿਹਦੀ ਸੇਲ 5 ਕਰੋੜ ਤੋਂ ਉੱਪਰ ਹੈ ਜਾਂ 2 ਕਰੋੜ ਤੋਂ ਥੱਲੇ, ਇੱਦਾਂ ਕੁਝ ਨੋਰਮ GST ਨੇ ਬਣਾਏ ਹੋਏ ਹੈ। ਤੁਸੀਂ ਉਸ ਹਿਸਾਬ ਨਾਲ ਚੈੱਕ ਕਰ ਸਕਦੇ ਹੋ ਵੀ ਜਿਹਦੀ ਫਾਲ 2 ਕਰੋੜ ਤੋਂ ਉੱਪਰ ਹੈ ਜਾਂ 5 ਕਰੋੜ ਤੋਂ ਉੱਪਰ ਹੈ, ਰਿਟਰਨਸ ਕੁਝ ਟਰਨਓਵਰ ਤੋਂ ਬਾਅਦ ਕੰਪਲਸਰੀ ਕਰ ਦਿੱਤੀਆਂ ਗਈਆਂ। ਵਪਾਰੀ ਚੈੱਕ ਕਰ ਸਕਦਾ, ਇਹ 'ਚ ਕੋਈ ਦੋ ਰਾਏ ਨਹੀਂ, ਪਰ ਚੈੱਕ ਉਹਨੇ ਇਹ ਕਰਨਾ ਹੈ ਐਕਚੁਅਲ ਪੇਮੈਂਟ ਆਫ ਟੈਕਸ। ਡਿਪਾਰਟਮੈਂਟ ਨੂੰ ਸਿਰਫ ਇੰਨਾ ਕੁ ਚਾਹੀਦਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਜਿਹੜਾ ਬੰਦਾ ਨੰਬਰ ਅਪਲਾਈ ਕਰਦਾ ਉਹਦੀ ਥੋੜ੍ਹੀ ਬਹੁਤੀ ਵੈਰੀਫਿਕੇਸ਼ਨ ਜ਼ਰੂਰ ਕਰੇ। ਓਕੇ, ਸੋ ਜਿਹੜੀ ਇਹ ਜਾਲੀ ਬਿਲਿੰਗ ਦਾ ਪ੍ਰੋਸੈਸ ਹੈਗਾ, ਇਹਦੇ ਵਿੱਚ ਸਡਨਲੀ ਜਿਵੇਂ 100 200 500 ਕਰੋੜ ਦੇ ਜਿਹੜੀ ਇਹ ਜਾਲੀ ਬਿਲਿੰਗ, ਬੋਗਸ ਬਿਲਿੰਗ, ਇਹ ਖਾਸ ਕਰਕੇ ਪੰਜਾਬ 'ਚ ਕੇਸ ਬਹੁਤ ਜ਼ਿਆਦਾ ਅਸੀਂ ਦੇਖਣ ਨੂੰ ਮਿਲੇ। ਇਹ ਕਿਉਂ? ਨਹੀਂ ਦੇਖੋ, ਹੈ ਤਾਂ ਥਰੂ ਆਊਟ ਇੰਡੀਆ ਹੀ, ਇਹ 'ਚ ਕੋਈ ਦੋ ਰਾਏ ਨਹੀਂ ਵੀ ਇਹ ਇਕੱਲੇ ਪੰਜਾਬ 'ਚ ਨਹੀਂ ਹੈਗੇ, ਕਿਉਂਕਿ ਪੰਜਾਬ ਇੱਕ ਛੋਟਾ ਸਟੇਟ ਹੈ। ਨਾਲੇ ਕਹਿ ਲਓ ਵੀ ਆਪਾਂ ਇਹ ਕਰੋੜਸ ਇੰਨੇ ਸੁਣੇ ਨਹੀਂ ਹੋਏ। ਪੰਜਾਬ ਕਿਉਂਕਿ ਬਾਰਡਰ ਸਟੇਟ ਹੈ, ਇੱਥੇ ਬਿਜ਼ਨਸ ਇੰਨਾ ਤਾਂ ਅੱਗੇ ਵਪਾਰੀ ਕੋਈ ਇੰਨਾ ਬਿਜ਼ਨਸ ਤਾਂ ਹੈ ਨਹੀਂ ਇਕੱਲੇ ਲੁਧਿਆਣੇ ਨੂੰ ਛੱਡ ਕੇ। ਉਹ ਇੰਨੇ ਕਰੋੜ ਆਪਣੇ ਲਈ ਬਹੁਤ ਜ਼ਿਆਦਾ ਹੈ, ਹੋਰ ਵੀ ਸਟੇਟਾਂ 'ਚ ਇਹ ਨਹੀਂ, ਗੁਜਰਾਤ ਦੇ ਵਿੱਚ ਇਹ ਛੋਟੀ ਅਮਾਊਂਟ ਹੈ ਪਰ ਸਾਡੇ ਲਈ ਬਹੁਤ ਵੱਡੀ ਅਮਾਊਂਟ ਹੈ। ਮੈਟਰੋ ਸਿਟੀ ਦਿੱਲੀ, ਅਮੂਮਨ ਦਿੱਲੀ, ਗੁੜਗਾਉਂ, ਫਰੀਦਾਬਾਦ, ਤੁਸੀਂ ਯੂ ਕੈਨ ਚੈੱਕ ਇਟ, ਰਾਜਸਥਾਨ, ਗੁਜਰਾਤ, ਉੜੀਸਾ, ਸਭ ਕਿਤੇ ਹੋ ਰਿਹਾ, ਚੇਨ ਹੈ ਨਾ। ਫਿਰ ਅਲਟੀਮੇਟਲੀ ਕਸਟਮਰ ਨੇ ਇੱਥੇ ਆਉਣਾ ਹੈ, ਠੀਕ ਹੈ ਨਾ। ਅਲਟੀਮੇਟਲੀ ਕਸਟਮਰ ਜਿਹੜੀ ਕੰਜ਼ੰਪਸ਼ਨ ਹੁੰਦੀ ਹੈ ਉੱਥੇ ਜਾ ਕੇ ਇਹ ਬਿੱਲ ਜਿਹੜਾ ਕਰੋੜਾਂ ਦਾ ਹੁੰਦਾ, ਇੱਕ ਅਮਾਊਂਟ ਇੰਨੀ ਵੱਧ ਚੁੱਕੀ ਹੈ, ਰੇਟ ਆਫ ਟੈਕਸ ਇੰਨੇ ਵੱਧ ਚੁੱਕੇ ਹੈ, ਚਾਰਜ ਇੰਨੇ, ਹਰੇਕ ਆਈਟਮ ਦਾ ਰੇਟ ਵੱਧ ਚੁੱਕਾ ਹੈ, ਆਇਰਨ ਐਂਡ ਸਟੀਲ ਦਾ, ਹੋਰ ਦਾ, ਉਹ ਵੈਲਿਊ ਵਧੀ ਜਾਂਦੀ ਹੈ, ਇਸ ਕਰਕੇ ਕਰੋੜ ਜ਼ਿਆਦਾ ਹੋ ਗਏ। ਇੱਕ ਮੈਂ ਹੋਰ, ਮੇਰਾ ਆਖਰੀ ਕੁਐਸਚਨ ਹੀ ਹੈ ਇੱਕ ਤਰ੍ਹਾਂ ਦਾ, ਤੁਸੀਂ ਟੈਕਸ ਐਕਸਪਰਟ ਵੀ ਹੈਗੇ ਹੋ, ਸੋ ਬਹੁਤ ਕਲੋਜ਼ਲੀ ਕੰਮ ਕਰਦੇ ਹੋ ਡਿਪਾਰਟਮੈਂਟ ਦੇ ਨਾਲ। ਅਸੀਂ ਇਹ ਪੁੱਛਣਾ ਚਾਹਾਂਗੇ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਇਹਨਾਂ ਨੇ GST ਵਿਭਾਗ ਨੇ ਇਹ ਤਾਂ ਕਿਹਾ ਸੀ ਜਾਲੀ ਬਿਲਿੰਗ ਦਾ ਟਰੈਪ ਕਰ ਲਿਆ, ਨੈਕਸਸ ਫੜ ਲਿਆ, ਪਰ ਅੱਜ ਤੱਕ ਕਿਸੇ 'ਚ ਟੈਕਸ ਦੀ ਰਿਕਵਰੀ ਨਹੀਂ ਹੋ ਪਾਈ। ਅੱਜ ਮਤਲਬ ਖਾਲੀ ਗੱਲਾਂ ਬਾਤਾਂ ਹੀ ਹੈ, ਆਪਣੀ ਪਿੱਠ ਤਾਂ ਥਪਥਪਾ ਲੈਂਦੇ ਆ ਕਿ ਲੈ ਜੀ ਅਸੀਂ ਇਹ ਕਰਤਾ, ਉਹ ਕਰਤਾ, ਉਹ ਅਖਬਾਰਾਂ 'ਚ ਵੀ ਆ ਗਿਆ, ਮੀਡੀਆ 'ਚ ਵੀ ਰਿਲੀਜ਼ ਕਰਤਾ, ਪਰ ਟੈਕਸ ਰਿਕਵਰੀ ਅੱਜ ਵੀ ਉਹ ਠੰਠਨ ਗੋਪਾਲ ਹੀ ਹੈ। ਉਹ ਬਿਲਕੁਲ ਸੰਦੀਪ ਜੀ, ਜਿਹੜਾ ਤੁਹਾਡਾ ਓਰੀਜਨਲ ਪੁਆਇੰਟ ਸੀ ਨਾ, ਜਿੱਥੋਂ ਤੁਸੀਂ ਮੈਨੂੰ ਇਹ ਕੁਐਸਚਨ ਸ਼ੁਰੂ ਕੀਤਾ ਸੀ, ਫਿਰ ਆਪਾਂ ਦੁਬਾਰਾ ਉਸੇ ਗੱਲ 'ਤੇ ਆਵਾਂਗੇ। ਕੀ ਹੁੰਦਾ ਹੈ ਵੀ ਜਦੋਂ ਬੋਗਸ ਨੰਬਰ ਇੱਕ ਬੰਦੇ ਨੂੰ ਇਸ਼ੂ ਹੋ ਗਿਆ, ਉਹ ਬੰਦਾ ਜੈਨੂਅਨ ਨਹੀਂ ਹੈਗਾ। ਉਹ ਮੰਨ ਲਓ ਕਿਸੇ ਮੇਡ ਦਾ ਬੱਚਾ, ਕੋਈ ਡਰਾਈਵਰ ਹੈ, ਕੋਈ ਕਿਸੇ ਦਾ ਕੁਛ ਹੈ, ਕਿਸੇ ਦਾ ਕੁਛ ਹੈ, ਉਸ ਬੰਦੇ ਦੀ ਔਕਾਤ ਹੀ ਨਹੀਂ ਹੁੰਦੀ। ਉਹ ਤਾਂ ਇੱਕ ਕਮਰੇ 'ਚ ਪਤਾ ਨਹੀਂ ਰਹਿ ਰਿਹਾ ਹੁੰਦਾ ਕਿ ਨਹੀਂ ਰਹਿ ਰਿਹਾ ਹੁੰਦਾ, ਕਿਰਾਏ 'ਤੇ ਰਹਿੰਦਾ, ਉਸ ਬੰਦੇ ਦੀ ਔਕਾਤ ਹੀ ਹੈ ਨਹੀਂ ਵੀ ਜਿੰਨੇ ਕਰੋੜ ਦਾ ਬੋਗਸ ਬਿਲਿੰਗ ਦਾ ਉੱਤੇ ਕੰਮ ਹੋ ਗਿਆ ਟੈਕਸ ਜਮ੍ਹਾਂ ਕਰਾ ਸਕੇ। ਲੇਕਿਨ ਨੋ ਡਾਊਟ ਦੇਖੋ ਸਰਕਾਰ ਨੇ ਰਿਕਵਰੀਆਂ ਵੀ ਕੀਤੀਆਂ, ਕਰੋੜਾਂ ਰੁਪਏ ਟੈਕਸ ਸਰਕਾਰ ਨੂੰ ਆਇਆ ਵੀ ਹੈ। ਜਿਹੜਾ ਕੋਈ ਚੰਗਾ ਵਪਾਰੀ ਹੈ ਉਹ ਆਪਣੇ ਨੇਮ ਫੇਮ ਨੂੰ ਬਚਾਉਣ ਲਈ ਟੈਕਸ ਦਿੰਦਾ ਹੀ ਹੈ। ਲੇਕਿਨ ਗੱਲ ਇਹੀ ਹੈ ਵੀ ਮੇਰੀ ਤੁਹਾਨੂੰ ਇਸ ਚੈਨਲ ਰਾਹੀਂ ਇਹੀ ਰਿਕੁਐਸਟ ਹੈ ਵੀ ਤੁਸੀਂ ਸਾਰੀ ਇਹੀ ਗੱਲ ਕਰੋ ਵੀ ਕਿਤੇ ਨਾ ਕਿਤੇ ਜਦੋਂ ਨਵਾਂ ਨੰਬਰ ਦਿੰਦੇ ਆ ਉੱਤੇ ਚੈੱਕ ਹੋਵੇ। ਚੈੱਕ ਦੇ ਨਾਲ ਕਾਫੀ ਬੋਗਸ ਬਿਲਿੰਗ ਰੁਕੂਗੀ ਔਰ ਐਕਚੁਅਲ ਪੇਮੈਂਟ ਆਫ ਟੈਕਸ ਜਿਹੜੀ GST ਦੀ ਹੈ ਉਹ ਜਦ ਤੱਕ ਖਜ਼ਾਨੇ 'ਚ ਨਹੀਂ ਜਾਂਦੀ। ਆਪਣੇ ਵਪਾਰੀਆਂ ਨੂੰ ਉਸ ਗੱਲ ਦੇ ਵਿੱਚ ਸਚੇਤ ਰਹਿਣਾ ਚਾਹੀਦਾ। ਰਿਟਰਨ ਦੇ ਨਾਲ ਨਹੀਂ ਘਰ ਪੂਰਾ ਹੁੰਦਾ ਜਦ ਤੱਕ ਐਕਚੁਅਲ ਪੇਮੈਂਟ ਆਫ ਟੈਕਸ ਟ੍ਰੇਰੀ 'ਚ ਨਹੀਂ ਜਾਂਦੀ। ਠੀਕ ਹੈ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਬੌਬੀ ਸ਼ਰਮਾ ਜੀ, ਜਿਹੜੇ ਕਿ ਇੱਕ ਐਡਵੋਕੇਟ ਹੈਗੇ ਹੈ, ਪਲੱਸ ਜਿਹੜੇ GST ਦੇ ਟੈਕਸ ਐਕਸਪਰਟ ਹੈਗੇ ਆ GST ਰਿਟਰਨਸ ਨੂੰ ਲੈ ਕੇ। ਸੋ ਇਹਨਾਂ ਨਾਲ ਅਸੀਂ ਉਸ ਮੁੱਦੇ 'ਤੇ ਅੱਜ ਵਿਚਾਰ ਸਾਂਝੇ ਕੀਤੇ ਜਿਸ ਮੁੱਦੇ ਦੀ ਇੰਡਸਟਰੀ ਦੇ ਵਿੱਚ ਕਹਿ ਲਓ, ਇੰਡਸਟਰੀ ਦੇ ਵਿੱਚ ਇੱਕ ਭਖਦਾ ਮੁੱਦਾ ਹੈਗਾ। ਇੰਡਸਟਰੀਲਿਸਟ, ਇੱਕ ਕਾਰੋਬਾਰੀ ਜਿਹੜਾ ਹੈਗਾ ਆਪਣਾ ਸਮਾਨ ਖਰੀਦਣ ਤੋਂ ਬਾਅਦ, ਟੈਕਸ ਦੇਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਉਹ ਪਰੇਸ਼ਾਨ ਹੁੰਦਾ ਹੈ। ਜਾਲੀ ਬੋਗਸ ਬਿਲਿੰਗ ਦੇ ਵਿੱਚ ਇੱਕ ਨੋਰਮਲ ਵਪਾਰੀ ਜਿਹੜਾ ਹੈ ਉਹ ਫਸਿਆ ਮਹਿਸੂਸ ਕਰਦਾ। ਸੋ ਇੱਦਾਂ ਦੀ ਹੋਰ ਵੀ ਇੱਦਾਂ ਦੇ ਟੌਪਿਕਾਂ ਦੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ हितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।